फ्रेंड्स, और वीडियोस के लिए हमारे इस चैनल को सब्सक्राइब करें और बेल आइकन को भी जरूर दबाएं। ਹੈਲੋ ਫਰੈਂਡਸ, ਵੈਲਕਮ ਟੂ ਮਾਈ YouTube ਚੈਨਲ। ਫਰੈਂਡਸ, ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਦੇ ਇੰਪੋਰਟੈਂਟ ਕੁਐਸਚਨਸ ਕਰਨ ਵਾਲੇ ਹਾਂ ਜੀ, ਜੋ ਕਿ SST ਦੇ ਮਾਸਟਰ ਕੈਟਾਗਰੀ ਵਿੱਚ ਪੁੱਛੇ ਜਾ ਸਕਦੇ ਹਨ। ਇਹਨਾਂ ਨੂੰ ਤੁਸੀਂ ਜ਼ਰੂਰ ਕਰ ਲਿਓ ਤੇ ਮੇਰੇ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਦਿਓ, ਠੀਕ ਹੈ ਜੀ। ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ। ਪਹਿਲਾ ਜਿਹੜਾ ਕੁਐਸਚਨ ਹੈ ਉਹ ਹੈ, ਸੰਵਿਧਾਨ ਦੇ ਕਿਹੜੇ ਭਾਗ ਵਿੱਚ ਕਲਿਆਣਕਾਰੀ ਰਾਜ ਦੀ ਧਾਰਨਾ ਨੂੰ ਖੁੱਲ੍ਹ ਕੇ ਦੱਸਿਆ ਗਿਆ ਹੈ? ਤਾਂ ਕਿਹੜਾ ਭਾਗ ਹੈ ਜੀ ਸੰਵਿਧਾਨ ਦਾ ਜਿਸ ਵਿੱਚ ਕਲਿਆਣਕਾਰੀ ਰਾਜ ਦੀ ਧਾਰਨਾ ਨੂੰ ਖੁੱਲ੍ਹ ਕੇ ਦੱਸਿਆ ਗਿਆ ਹੈ, ਦਰਸਾਇਆ ਗਿਆ ਹੈ? ਤਾਂ ਇਹ ਆਪਸ਼ਨ ਹੈ ਜੀ ਪ੍ਰਸਤਾਵਨਾ ਵਿੱਚ, B ਆਪਸ਼ਨ ਹੈ ਮੌਲਿਕ ਅਧਿਕਾਰਾਂ ਵਿੱਚ, C ਆਪਸ਼ਨ ਹੈ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਵਿੱਚ, D ਆਪਸ਼ਨ ਹੈ ਉਪਰੋਕਤ ਸਾਰਿਆਂ ਵਿੱਚ। ਤਾਂ ਕਿਹੜਾ ਭਾਗ ਹੈ ਜੀ ਸੰਵਿਧਾਨ ਦਾ ਜਿਸ ਵਿੱਚ ਕਲਿਆਣਕਾਰੀ ਰਾਜ ਦੀ ਧਾਰਨਾ ਨੂੰ ਖੁੱਲ੍ਹ ਕੇ ਦੱਸਿਆ ਗਿਆ ਹੈ? ਤਾਂ ਇਸਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ C ਆਪਸ਼ਨ, ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਅਧੀਨ ਰਾਜ ਤੋਂ ਕਿੰਨੀ ਉਮਰ ਤੱਕ ਦੇ ਬੱਚਿਆਂ ਲਈ ਮੁਫਤ ਅਤੇ ਜ਼ਰੂਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਆਸ ਕੀਤੀ ਜਾਂਦੀ ਹੈ? ਤਾਂ ਕਿੰਨੀ ਉਮਰ ਤੱਕ ਦੇ ਬੱਚਿਆਂ ਲਈ ਮੁਫਤ ਅਤੇ ਜ਼ਰੂਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਆਸ ਕੀਤੀ ਜਾਂਦੀ ਹੈ ਜੀ? ਤਾਂ ਇਸਦਾ ਪਹਿਲਾ ਆਪਸ਼ਨ ਹੈ A ਆਪਸ਼ਨ 14 ਸਾਲ, B ਆਪਸ਼ਨ ਹੈ 18 ਸਾਲ, C ਆਪਸ਼ਨ ਹੈ 15 ਸਾਲ, D ਆਪਸ਼ਨ ਹੈ 16 ਸਾਲ। ਤਾਂ ਕੀ ਹੋਵੇਗਾ ਜੀ ਇਸਦਾ ਰਾਈਟ ਆਂਸਰ? ਇਸਦਾ ਰਾਈਟ ਆਂਸਰ ਹੋਵੇਗਾ A ਆਪਸ਼ਨ 14 ਸਾਲ, ਠੀਕ ਹੈ ਜੀ। 14 ਸਾਲ ਜਿਹੜੀ ਹੈ ਉਮਰ ਦੇ ਬੱਚਿਆਂ ਲਈ ਮੁਫਤ ਅਤੇ ਜ਼ਰੂਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਆਸ ਕੀਤੀ ਜਾਂਦੀ ਹੈ। ਨੈਕਸਟ ਕੁਐਸਚਨ ਹੈ ਜੀ, ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਦੀ ਕੀ ਕੋਸ਼ਿਸ਼ ਕਰਦੇ ਹਨ? ਤਾਂ ਜਿਹੜੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਹਨ ਜੀ ਉਹ ਕੀ ਕੋਸ਼ਿਸ਼ ਕਰਦੇ ਹਨ? A ਆਪਸ਼ਨ ਹੈ ਸੰਵਿਧਾਨ ਦੀ ਸਰਵਉੱਚਤਾ ਨੂੰ ਸਥਾਪਿਤ ਕਰਨ ਦੀ, ਠੀਕ ਹੈ ਜੀ। B ਆਪਸ਼ਨ ਹੈ ਨੌਕਰਸ਼ਾਹੀ ਸ਼ਾਸਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਨ। C ਆਪਸ਼ਨ ਹੈ ਨਿਆਂਪਾਲਿਕਾ ਨੂੰ ਮਜ਼ਬੂਤ ਕਰਨ ਦੀ। D ਆਪਸ਼ਨ ਹੈ ਸੰਵਿਧਾਨ ਨੂੰ ਸਮਾਜਿਕ ਪਰਿਵਰਤਨ ਦਾ ਇੱਕ ਸਾਧਨ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਤਾਂ ਕੀ ਹੋਵੇਗਾ ਜੀ ਇਸਦਾ ਰਾਈਟ ਆਂਸਰ? ਇਸਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ D ਆਪਸ਼ਨ, ਸੰਵਿਧਾਨ ਨੂੰ ਸਮਾਜਿਕ ਪਰਿਵਰਤਨ ਦਾ ਇੱਕ ਸਾਧਨ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਨਿਮਨਲਿਖਤ ਵਿੱਚੋਂ ਕੌਣ ਇਹ ਚਾਹੁੰਦਾ ਸੀ ਕਿ ਆਉਣ ਵਾਲੇ ਸਾਰੇ ਕਾਨੂੰਨਾਂ ਦਾ ਆਧਾਰ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਹੋਣੇ ਚਾਹੀਦੇ ਹਨ? ਤਾਂ ਕੌਣ ਸੀ ਜੀ ਜੋ ਇਹ ਚਾਹੁੰਦਾ ਸੀ ਕਿ ਆਉਣ ਵਾਲੇ ਜਿਹੜੇ ਸਾਰੇ ਕਾਨੂੰਨਾਂ ਦਾ ਜਿਹੜਾ ਆਧਾਰ ਹੈ ਜੀ ਉਹ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ ਹੋਣੇ ਚਾਹੀਦੇ ਹਨ? ਤਾਂ A ਆਪਸ਼ਨ ਹੈ ਡਾਕਟਰ BR ਅੰਬੇਡਕਰ, B ਆਪਸ਼ਨ ਹੈ ਜਵਾਹਰ ਲਾਲ ਨਹਿਰੂ, C ਆਪਸ਼ਨ ਹੈ KM ਮੁਨਸ਼ੀ, D ਆਪਸ਼ਨ ਹੈ BN ਰਾਓ। ਤਾਂ ਕੌਣ ਸੀ ਜੀ? ਤਾਂ ਇਹਦਾ ਰਾਈਟ ਆਂਸਰ ਹੋਵੇਗਾ A ਆਪਸ਼ਨ, ਡਾਕਟਰ BR ਅੰਬੇਡਕਰ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਸੰਵਿਧਾਨ ਨੇ ਕੇਂਦਰੀ ਸਰਕਾਰ ਦੀ ਕਾਰਜਕਾਰੀ ਸ਼ਕਤੀ ਕਿਸ ਦੇ ਵਿੱਚ ਨਿਹਿਤ ਕੀਤੀ ਹੈ? ਤਾਂ ਕਿਸ ਦੇ ਵਿੱਚ ਨਿਹਿਤ ਕੀਤੀ ਹੈ ਜੀ ਸੰਵਿਧਾਨ ਨੇ ਕੇਂਦਰੀ ਸਰਕਾਰ ਦੀ ਕਾਰਜਕਾਰੀ ਸ਼ਕਤੀ? ਤਾਂ A ਆਪਸ਼ਨ ਹੈ ਜੀ ਰਾਸ਼ਟਰਪਤੀ, B ਆਪਸ਼ਨ ਹੈ ਪ੍ਰਧਾਨ ਮੰਤਰੀ, C ਆਪਸ਼ਨ ਹੈ ਮੰਤਰੀ ਪਰਿਸ਼ਦ, D ਆਪਸ਼ਨ ਹੈ ਉਪਰੋਕਤ ਸਾਰੇ ਹੀ। ਤਾਂ ਕੀ ਹੋਵੇਗਾ ਜੀ ਇਸਦਾ ਰਾਈਟ ਆਂਸਰ? ਇਸਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ A ਆਪਸ਼ਨ, ਰਾਸ਼ਟਰਪਤੀ ਯਾਨੀ ਕਿ ਪ੍ਰੈਜ਼ੀਡੈਂਟ। ਸੰਵਿਧਾਨ ਨੇ ਕੇਂਦਰੀ ਸਰਕਾਰ ਦੀ ਕਾਰਜਕਾਰੀ ਸ਼ਕਤੀ ਜਿਹੜੀ ਹੈ ਰਾਸ਼ਟਰਪਤੀ ਦੇ ਵਿੱਚ ਨਿਹਿਤ ਕੀਤੀ ਹੋਈ ਹੈ। ਨੈਕਸਟ ਕੁਐਸਚਨ ਹੈ ਜੀ, ਭਾਰਤੀ ਗਣਰਾਜ ਦਾ ਦੂਸਰਾ ਰਾਸ਼ਟਰਪਤੀ ਕੌਣ ਸੀ? ਤਾਂ ਭਾਰਤੀ ਗਣਰਾਜ ਦਾ ਦੂਸਰਾ ਰਾਸ਼ਟਰਪਤੀ ਕੌਣ ਸੀ ਜੀ? A ਆਪਸ਼ਨ ਹੈ ਡਾਕਟਰ ਜ਼ਾਕਿਰ ਹੁਸੈਨ, B ਆਪਸ਼ਨ ਹੈ ਡਾਕਟਰ S ਰਾਧਾ ਕ੍ਰਿਸ਼ਨਨ, C ਆਪਸ਼ਨ ਹੈ ਡਾਕਟਰ VV ਗਿਰੀ, D ਆਪਸ਼ਨ ਹੈ ਡਾਕਟਰ ਰਾਜਿੰਦਰ ਪ੍ਰਸਾਦ। ਤਾਂ ਕੌਣ ਸੀ ਜੀ ਭਾਰਤੀ ਗਣਰਾਜ ਦਾ ਦੂਸਰਾ ਰਾਸ਼ਟਰਪਤੀ, ਸੈਕੰਡ ਪ੍ਰੈਜ਼ੀਡੈਂਟ? ਤਾਂ ਇਹਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ B ਆਪਸ਼ਨ, ਡਾਕਟਰ S ਰਾਧਾ ਕ੍ਰਿਸ਼ਨਨ, ਠੀਕ ਹੈ ਜੀ। ਭਾਰਤੀ ਗਣਰਾਜ ਦੇ ਦੂਸਰੇ ਰਾਸ਼ਟਰਪਤੀ ਡਾਕਟਰ S ਰਾਧਾ ਕ੍ਰਿਸ਼ਨਨ ਸਨ, ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਜੀ, ਰਾਸ਼ਟਰਪਤੀ ਦੀ ਚੋਣ ਲੜਨ ਲਈ ਉਮੀਦਵਾਰ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ? ਜੇਕਰ ਰਾਸ਼ਟਰਪਤੀ ਦਾ ਇਲੈਕਸ਼ਨ ਲੜਨਾ ਹੈ ਜੀ ਤਾਂ ਉਮੀਦਵਾਰ ਦੀ ਕਿੰਨੀ ਉਮਰ ਹੋਣੀ ਚਾਹੀਦੀ ਹੈ? ਤਾਂ A ਆਪਸ਼ਨ ਹੈ 35 ਸਾਲ ਤੋਂ ਵੱਧ, B ਆਪਸ਼ਨ ਹੈ 60 ਸਾਲ ਤੋਂ ਵੱਧ, C ਆਪਸ਼ਨ ਹੈ 55 ਸਾਲ ਤੋਂ ਵੱਧ, D ਆਪਸ਼ਨ ਹੈ ਕੋਈ ਹੱਦ ਨਿਰਧਾਰਿਤ ਨਹੀਂ ਹੈ। ਤਾਂ ਕੀ ਹੋਵੇਗਾ ਜੀ ਇਸਦਾ ਰਾਈਟ ਆਂਸਰ? ਕਿੰਨੀ ਉਮਰ ਹੋਣੀ ਚਾਹੀਦੀ ਹੈ ਰਾਸ਼ਟਰਪਤੀ ਦੀ ਚੋਣ ਲੜਨ ਲਈ? ਤਾਂ ਇਸਦਾ ਰਾਈਟ ਆਂਸਰ ਹੋਵੇਗਾ A ਆਪਸ਼ਨ, 35 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਰਾਸ਼ਟਰਪਤੀ ਦੀ ਚੋਣ ਲੜਨ ਲਈ ਉਮੀਦਵਾਰ ਦੀ ਜਿਹੜੀ ਉਮਰ ਹੈ ਜੀ ਉਹ 35 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਨੈਕਸਟ ਕੁਐਸਚਨ ਹੈ ਜੀ, ਨਿਮਨਲਿਖਤ ਵਿੱਚੋਂ ਕਿਹੜਾ ਰਾਸ਼ਟਰਪਤੀ ਦੀ ਚੋਣ ਵਿੱਚ ਭਾਗ ਨਹੀਂ ਲੈਂਦਾ ਹੈ? ਤਾਂ ਜਦੋਂ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਜੀ ਤਾਂ ਉਸ ਵਿੱਚ ਭਾਗ ਨਹੀਂ ਲੈਂਦਾ ਹੈ ਤਾਂ ਕੌਣ ਹੈ? ਤਾਂ A ਆਪਸ਼ਨ ਹੈ ਲੋਕ ਸਭਾ ਦੇ ਚੁਣੇ ਹੋਏ ਮੈਂਬਰ,
बी ऑप्शन है राज सभा के चुने हुए मैंबर, सी ऑप्शन है संविधान परिषद के मैंबर, डी ऑप्शन है उपरोक्त विचों कोई नहीं। तो कौन है जी ਜਿਹੜਾ राष्ट्रपति की चोण में शामिल नहीं होता है, भाग नहीं लेंदा है? तो इसका ਜਿਹੜਾ राइट आंसर होगा जी वो होगा सी ऑप्शन, संविधान परिषद के मैंबर। ठीक है जी, संविधान परिषद के ਜਿਹੜੇ मैंबर हैं जी वो राष्ट्रपति चोण में भाग नहीं लेंदे हैं। नैक्सट क्वेश्चन है जी, भारत का राष्ट्रपति कौन हुंदा है? तो राष्ट्रपति की हुंदा है जी, कौन हुंदा है भारत का? तो ए ऑप्शन है जी राज का मुखिया हुंदा है, बी ऑप्शन है सरकार का मुखिया हुंदा है, सी ऑप्शन है राज और सरकार दोनों का मुखिया हुंदा है, डी ऑप्शन है उपरोक्त विचों कोई नहीं। तो कौन हुंदा है जी भारत का राष्ट्रपति? तो इसका जो राइट आंसर होगा जी वो होगा सी ऑप्शन, राज ਅਤੇ सरकार दोनों का ही मुखिया हुंदा है। ठीक है जी, भारत का राष्ट्रपति जिहड़ा है राज ਅਤੇ सरकार दोनों का मुखिया हुंदा है। नैक्सट क्वेश्चन है जी, भारत का राष्ट्रपति किस दे द्वारा चुनिया जाता है? तो जो भारत का प्रेजिडेंट है जी राष्ट्रपति किस द्वारा चुनिया जाता है? तो ए ऑप्शन है सीधा लोगों द्वारा चुनिया जाता है, बी ऑप्शन है संसद के दोनों सदनों की सांझी बैठक द्वारा चुनिया जाता है, सी ऑप्शन है संसद और राज विधान सभा चुने हुए मैंबरों के चोण मंडल द्वारा चुनिया जाता है, डी ऑप्शन है लोक सभा चुने हुए मैंबरों द्वारा चुनिया जाता है। तो किस तरह चुनिया जाता है जी भारत का राष्ट्रपति? तो इसका जो राइट आंसर होगा जी वो होगा सी ऑप्शन, संसद ਅਤੇ राज विधान सभा के चुने हुए मैंबरों के चोण मंडल द्वारा चुनिया जाता है। ठीक है जी, नैक्सट क्वेश्चन है, राज के नीति निर्देशक सिद्धांतों का उद्देश्य की है? जो राज के नीति निर्देशक सिद्धांत हैं जी उसका उद्देश्य की है, ऑब्जेक्टिव्स की ने उन्होंने? तो ए ऑप्शन है जी व्यक्तिगत सुतंत्रता को यकीनी बनाना, बी ऑप्शन है देश की आज़ादी को मजबूत करना, सी ऑप्शन है देश में सच्चे लोकतंत्र लिए समाजिक ਅਤੇ आर्थिक आधार मुहैया करवाना, डी ऑप्शन है उपरोक्त सारे ही। तो की होगा जी इसका आंसर? राज के जो नीति निर्देशक सिद्धांत हैं उन्होंने उद्देश्य की है? तो इसका राइट आंसर होगा सी ऑप्शन, देश में सच्चे लोकतंत्र लिए समाजिक ਅਤੇ आर्थिक आधार मुहैया करवाना। ठीक है जी, नैक्सट क्वेश्चन है, भारतीय नागरिकों के मौलिक कर्तव्य संविधान में कदों शामिल किए गए सन? तो जो नागरिकों के मौलिक कर्तव्य हैं जी वो संविधान में कदों शामिल किए गए सन? तो ए ऑप्शन है जी 1952, बी ऑप्शन है 1976, सी ऑप्शन है 1979, डी ऑप्शन है 1981। तो कदों शामिल किए गए सन जी संविधान में मौलिक कर्तव्य? तो इसका जो राइट आंसर होगा जी वो होगा बी ऑप्शन, 1976 विच। ठीक है जी, 1976 विच भारतीय नागरिकों के मौलिक कर्तव्य शामिल किए गए सन। ठीक है जी, संविधान दे विच। नैक्सट क्वेश्चन है जी, मौलिक कर्तव्यों के पिछे मुख्य स्वीकृति किहड़ी हुंदी है? तो मौलिक कर्तव्य जिहड़े हैं जो उन्हां दे पिछे मुख्य स्वीकृति किसदी हुंदी है, किहड़ी हुंदी है? तो ए ऑप्शन है जी कानूनी, बी ऑप्शन है समाजिक, सी ऑप्शन है नैतिक, डी ऑप्शन है उपरोक्त सारियां। तो की होगा जी इसका राइट आंसर? इसका राइट आंसर होगा ए ऑप्शन, कानूनी हुंदी है। ठीक है जी, नैक्सट क्वेश्चन है, निम्नलिखित विचों किहड़े अदालती हुक्मनामे जिसनों कि रिट कहा जाता है दा साहित्यक अर्थ वट इज योर अथॉरिटी है? तो किहड़ी रिट है जी, किहड़ा अदालती हुक्मनामा है रिट है जिसका साहित्यक अर्थ जिहड़ा है वो हुंदा है वट इज योर अथॉरिटी? तो ए ऑप्शन है जी हैबियस कॉर्पस, बी ऑप्शन है सर्टियोरेरी, सी ऑप्शन है कुओ ब्रोंटो, डी ऑप्शन है मनाही। तो किहड़ी रिट है जी, किहड़ा अदालती हुक्मनामा है जिसका मतलब वट इज योर अथॉरिटी हुंदा है? तो इसका जिहड़ा राइट आंसर होगा जी वो होगा सी ऑप्शन, कुओ वारंटो। ठीक है जी, कुओ वारंटो जिहड़ी रिट है उसका मतलब वट इज योर अथॉरिटी हुंदा है। नैक्सट क्वेश्चन है जी, निम्नलिखित विचों किहड़े अदालती हुक्मनामे का साहित्यक अर्थ यू मे हैव द बॉडी हुंदा है? तो किहड़ी रिट है जी, किहड़ा अदालती हुक्मनामा है जिसका साहित्यक अर्थ यू मे हैव द बॉडी हुंदा है? तो ए ऑप्शन है हैबियस कॉर्पस, बी ऑप्शन है मंडामस, सी ऑप्शन है कुओ वारंटो, डी ऑप्शन है सर्टियोरेरी। तो किहड़ी रिट है जी जिसका मतलब यू मे हैव द बॉडी हुंदा है? तो इसका राइट आंसर होगा जी ए ऑप्शन, हैबियस कॉर्पस। ठीक है जी, हैबियस कॉर्पस जी रिट है इसका साहित्यक अर्थ यू मे हैव द बॉडी हुंदा है। ठीक है जी, तो फ्रेंड्स SST के
ਸਿਵਿਕਸ ਦੇ ਇੰਪੋਰਟੈਂਟ ਕੁਐਸਚਨਸ ਹਨ ਜੋ ਕਿ SST ਦੇ ਮਾਸਟਰ ਕੈਡਰ ਐਗਜ਼ਾਮ ਵਿੱਚ ਆ ਸਕਦੇ ਨੇ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹਨ, ਇਹਨਾਂ ਨੂੰ ਤੁਸੀਂ ਜ਼ਰੂਰ ਕਰ ਲਿਓ ਅਤੇ ਮੇਰੇ ਚੈਨਲ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਓ। ਠੀਕ ਹੈ ਜੀ, ਤਾਂ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਕੁਝ ਹੋਰ ਇੰਪੋਰਟੈਂਟ ਕੁਐਸਚਨ ਦੇ ਨਾਲ। ਉਦੋਂ ਤੱਕ ਲਈ ਥੈਂਕ ਯੂ।